ਸੰਤ ਕੇ ਸੰਗ ਮਿਟਿਆ ਅਹੰਕਾਰ। ਸੰਤ ਕੇ ਸੰਗ ਮਿਟਿਆ ਹੰਕਾਰ। ਸੰਤ ਕੇ ਸੰਗ ਮਿਟਿਆ ਹੰਕਾਰ। ਦ੍ਰਿਸ਼ਟਾਵੇ ਸਭ ਏਕੰਕਾਰ। ਦ੍ਰਿਸ਼ਟਾਵੇ ਸਭ ਏਕੰਕਾਰ। ਸੰਤ ਕੇ ਸੰਗ ਮਿਟਿਆ ਹੰਕਾਰ। ਸੰਤ ਕੇ ਸੰਗ ਮਿਟਿਆ ਸੰਤ ਕੀ ਧੂੜ ਮਿਟੇ ਅਗ ਕੋਟ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਕੀ ਧੂੜ ਮਿਟੇ ਅਗ ਕੋਟ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਕਾ ਦਰਸ पूरन इशनान। संत का दर्श पूरन इशनान। संत कृपा ते जपिए नाम। संत कृपा ते जपिए ਸੰਤ ਕਿਰਪਾ ਤੇ ਜਪੀਏ ਨਾਮ। ਸੰਤ ਕਿਰਪਾ ਤੇ ਜਪੀਏ ਨਾਮ। ਸੰਤ ਕੇ ਸੰਗ ਮਿਟਿਆ ਹੰਕਾਰ। ਸੰਤ ਕੇ ਸੰਗ ਮਿਟਿਆ ਦ੍ਰਿਸ਼ਟਾਵੇ ਸਭ ਏਕੰਕਾਰ। ਦ੍ਰਿਸ਼ਟਾਵੇ ਸਭ ਏਕੰਕਾਰ। ਦ੍ਰਿਸ਼ਟਾਵੇ ਸਭ ਏਕੰਕਾਰ। ਦ੍ਰਿਸ਼ਟਾਵੇ ਸੰਤ ਕੇ ਸੰਗ ਮਿਟਿਆ ਹੰਕਾਰ। ਸੰਤ ਕੇ ਸੰਗ ਮਿਟਿਆ ਅਹੰਕਾਰ। ਅਹੰਕਾਰ। ਸੰਤ ਸੋ ਪ੍ਰਸੰਨ ਆਏ ਵਸ ਪੰਜਾ। ਅੰਮ੍ਰਿਤ ਨਾਮ ਹਿਰਦੇ ਲੈ ਸੰਚਾ। ਸੰਤ ਸੋ ਪ੍ਰਸੰਨ ਆਏ ਵਸ ਪੰਜਾ। ਅੰਮ੍ਰਿਤ ਨਾਮ ਹਿਰਦੇ तिस भेटे साधु के चरण
ਇਸ ਭੇਟੇ ਸਾਧੂ ਕੇ ਚਰਨ, ਇਸ ਭੇਟੇ ਸਾਧੂ ਕੇ, ਸੰਤ ਕੇ ਸੰਗ ਮਿਟਿਆ ਅਹੰਕਾਰ, ਬੋਲੋ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟਾਵੇ ਸਭ ਏਕੰਕਾਰ, ਸਭ ਏਕੰਕਾਰ, ਸੰਤ ਕੇ ਸੰਗ ਮਿਟਿਆ ਅਹੰਕਾਰ, ਸੰਤ ਕੇ ਸੰਗ ਮਿਟਿਆ ਹਾਂਜੀ, ਸੰਤ ਕੇ ਸੰਗ ਮਿਟਿਆ ਅਹੰਕਾਰ, ਸੰਤ ਕੇ ਸੰਗ ਮਿਟਿਆ ਸਾਧ ਕੇ ਸੰਗ ਮੁਖ ਊਜਲ ਹੋ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਓਏ ਓਏ ਮਿਟੇ ਅਭਿਮਾਨ। ਮੈਂ ਪਹਿਲੀ ਵਾਰੀ ਗਿਆ ਬਾਬਾ ਕੁੰਦਨ ਸਿੰਘ ਜੀ ਨਾਨਕਸਰ, ਉਹਨਾਂ ਦੇ ਦਰਸ਼ਨ ਕਰਨ। ਬਿਆਸੀ 83 ਤੋਂ ਵੀ ਪਹਿਲੀ ਗੱਲ। ਹੁਣ 2019, ਇਹ 1982 ਜਦੋਂ ਮੈਂ ਕਮਰੇ 'ਚ ਗਿਆ ਬਾਬਾ ਕੁੰਦਨ ਸਿੰਘ ਜੀ, ਅੱਧੀ ਇੰਚ ਦੀ ਤੁਲਾਈ ਜਿਹਦੇ ਤੇ ਉਹ ਬੈਠੇ, ਬਾਕੀ ਕਮਰੇ ਦਰੀ ਵਿਛੀ ਸੀ। 8-10 ਮੁੰਡੇ ਮੇਰੇ ਨਾਲ ਬਹਿ ਗਏ। ਜਿਹੜਾ ਸਾਨੂੰ ਭੁਗਤਾ ਰਿਹਾ ਸੀ, ਅਸੀਂ ਪਹਿਲੀ ਵਾਰੀ ਉਹਨੇ ਆਖਿਆ ਜੀ ਬਾਬਾ ਜੀ ਅੰਮ੍ਰਿਤਸਰੋਂ ਆਏ ਹੈ, ਨਵੇਂ ਸੰਗੀ ਨੇ ਪਹਿਲੀ। ਉਹ ਗੱਲ ਬੜੀ ਮੈਨੂੰ ਅਪੀਲ ਕੀਤੀ। ਬਾਬਾ ਜੀ ਕਹਿੰਦੇ ਨਵਾਂ ਸੰਗੀ ਕੋਈ ਨਹੀਂ, ਜਿੰਨੇ ਤੁਰੇ ਆ ਰਹੇ ਨੇ ਪੁਰਾਣੇ ਹੀ ਨੇ। ਆਖੋ ਸਤਿਨਾਮ। ਇਹ ਗੱਲ ਬੜੀ ਡੂੰਘੀ, ਇਹਨੂੰ ਆਰਾਮ ਨਾਲ ਸੋਚੋ। ਜੇ ਬਾਜਾਂ ਵਾਲਾ ਸਾਨੂੰ ਹਰ ਵੀਰਵਾਰ ਇਕੱਠਾ ਕਰਦਾ ਤੇ ਸਾਡਾ ਵੀ ਕੋਈ ਪਿਛਲੇ ਜਮਾਂ ਦਾ ਲਿੰਕ ਹੋਏ, ਕੋਈ ਲਿੰਕ ਹੋਏ। ਬਾਬੇ ਕਹਿੰਦੇ ਸੰਗੀ ਪੁਰਾਣੇ ਨੇ, ਨਵੇਂ ਨਹੀਂ, ਪਿੱਛੋਂ ਹੀ ਤੁਰਿਆ ਰਿਹਾ। ਕਬੀਰ ਜੀ ਨੇ ਵੀ ਪਿਆਰ ਚ ਕਿਹਾ, पूर्व जन्म हम तुमरे सेवक। मैं हमारा पीछे भी थोड़ा ही सही। पूर्व जन्म हम तुमरे सेवक, अब तो मिटया न जाई। तेरे द्वारे धुन सहज की, माथे मेरे दगाई। अपने सेवक को कबू ना बिसारो, और लागो स्वामी प्रभ मेरे। अगली पंक्ति पढ़ो। पूर्व पूर्व प्रीत गोबिंद विचारो, पूर्व पिछली। बाबा जी कहने लगे नवे नहीं, पिछले ही। हुण सिर्फ गल सुने। उन्होंने कहा जी अमृतसरों आए जेडे सानू भुगता रहे, ये मैं अखी हाथ दोवें कंब रहे सी। उन्होंने कंबदे हत्थां नाल अपने थल्लों तलाई कढ़नी शुरू कर दी।
ਥੋੜਾ ਇੱਕ ਗੋਡਾ ਚੱਕਿਆ, ਇੱਕ ਪੈਰ ਚੱਕਿਆ। ਜਿਹੜੇ ਸਾਨੂੰ ਭੁਗਤਾ ਰਹੇ ਸੀ ਉਹਨਾਂ ਨੇ ਕਿਹਾ ਵੀ ਬਾਬਾ ਜੀ ਤੁਲਾਈ ਕਿਉਂ ਕੱਢ ਰਹੇ? ਇਹ ਗੁਰੂ ਦੀ ਜ਼ੂਰੀ 'ਚ ਕਹਿ ਰਹੇ ਇੱਕ ਇੱਕ ਅੱਖਰ। ਬਾਬਾ ਜੀ ਤੁਲਾਈ ਕਿਉਂ ਕੱਢ ਰਹੇ ਹੋ ਆਪਣੇ? ਕਹਿੰਦੇ ਗੁਰੂ ਰਾਮਦਾਸ ਦੀ ਨਗਰੀ ਤੋਂ ਸੰਗਤ ਆਈ ਏ, ਇਹ ਦਰੀ ਤੇ ਬੈਠੇ, ਮੈਂ ਤੁਲਾਈ ਤੇ ਬੈਠਾ, ਇਹ ਬੇਦਵੀ ਏ। ਆਖੋ ਸਤਿਨਾਮ। ਇਹਨੂੰ ਕੀ ਕਹੋਗੇ? ਸਿੱਖੀਆਂ ਇਹ ਕਿ ਬਰੂਦ ਦੇ ਢੇਰ ਤੇ ਬੈਠਾ ਹੋਵੇ ਪਰ ਉਹਨੂੰ ਜਰਿਆ ਹੋਵੇ। ਕਹਿ ਦਿਓ ਗੱਜ ਕੇ ਸਤਿਨਾਮ ਸ੍ਰੀ ਵਾਹਿਗੁਰੂ। ਜਰਿਆ। ਮੈਂ ਛੋਟੇ ਹੁੰਦਿਆਂ ਇੱਕ ਸੁਣਦਾ ਸਾਂ, ਹਾਰਨ ਨਾਲੋਂ ਜਿੱਤਣਾ ਔਖਾ। ਦੋ ਬੰਦੇ ਮੁਕਾਬਲਾ ਹੋਵੇ, ਹਾਰਨ ਨਾਲੋਂ ਜਿੱਤਣਾ ਔਖਾ, ਪਰ ਕਹਿੰਦੇ ਜਿੱਤਣ ਨਾਲੋਂ ਜਰਨਾ। ਆਖੋ ਸਤਿਨਾਮ। ਜਿਹੜਾ ਹਾਰ ਜਰਦਾ ਹੈ ਨਾ, ਇਹ ਜਰ ਜੇ ਉਹ ਅੰਦਰ ਦੇ ਵਿੱਚ ਜਿੱਤਣ ਤੋਂ ਵੀ ਵੱਡਾ। ਜਿੱਤਣ ਵਾਲਾ ਜਿੱਤ ਕੇ ਜਰ ਜੇ ਕਿ ਜੇ ਜਿਤਾਇਆ ਹੀ ਤੇ ਹੁਣ ਪਰਉਪਕਾਰ ਕਰਾਈ। ਆਖੋ ਸਤਿਨਾਮ। ਜੇ ਜਿਤਾਇਆ ਹੀ ਤੇ ਨਿਮਰਤਾ ਦੀ ਸੇਵਾ ਲਈ, ਉਹ ਅਸਲੀ ਜਿੱਤਿਆ। ਹਾਰ ਵਾਲਾ ਜਰ ਗਿਆ, ਉਹ ਅਸਲੀ। ਇਹ ਪੜ੍ਹਾਈ ਗੁਰਬਾਣੀ ਕਹਿੰਦੀ ਏ ਜੁੜਿਆਂ ਦੇ ਜੀਵਨ ਚੋਂ ਮਿਲੇਗੀ, ਬਰੂਦ ਤੇ ਢੇਰ ਤੇ ਬਹਿ ਕੇ ਵੀ ਉਹਨੂੰ। ਹੁਣ ਤੁਸੀਂ ਦੱਸੋ, ਕਿਸੇ ਸਰੀਰ ਦਾ ਦਿਹਾੜੀ 'ਚ 5-6 ਵਾਰੀ ਕੇਸੀ ਇਸ਼ਨਾਨ ਹੋਵੇ, 13 ਵਾਰੀ ਦਿਹਾੜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੋਵੇ, ਬਾਬਾ ਕੁੰਦਨ ਸਿੰਘ 40 ਸਾਲ 'ਚ ਇੱਕ ਨਾਗਾ ਨਾ ਹੋਵੇ। ਬਾਬਾ ਕੁੰਦਨ ਸਿੰਘ ਦਾ ਦਿਲ ਨਹੀਂ ਕਰਦਾ ਮੈਂ ਦਿੱਲੀ ਜਾਵਾਂ? ਜਾ ਹੀ ਨਹੀਂ ਸਕਦੇ। ਕਿਉਂ? ਇੱਕ ਸੇਵਾ ਤੋਂ ਬਾਅਦ ਜਾਂ ਘੰਟਾ ਜਾਂ 2 ਘੰਟੇ ਨੇ, ਫਿਰ ਅਗਲੀ ਸੇਵਾ ਦਾ ਟਾਈਮ ਹੈ, ਉਸ ਤੋਂ ਬਾਅਦ ਉਹ ਹੈ ਜਾਇ ਨਹੀਂ। ਸਿਰਫ ਇੱਕ ਸੇਵਾ ਹੁੰਦੀ ਜਿਹਦੇ 'ਚ 5.5-6 ਘੰਟੇ ਹੁੰਦੇ ਸੀ। ਉਹ ਪੂਰੀਆਂ ਗੱਡੀਆਂ ਭਜਾ ਕੇ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਨੂੰ ਦਰਸ਼ਨ ਕਰਕੇ ਉਹ ਵਾਪਸੀ। ਹੋਰ ਅਗਾਂਹ ਨਹੀਂ ਸੇਵਾ ਦਾ ਟਾਈਮ। ਹੁਣ ਇੱਕ ਸਰੀਰ 'ਚ 5-6 ਵਾਰੀ ਇਸ਼ਨਾਨ ਹੋਵੇ, ਅਵਸਥਾ ਵੀ ਬਿਰਧ ਹੋਵੇ, 13 ਦੀ ਦਿਹਾੜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹੋਵੇ, ਇੰਨੀ ਸਿਮਰਨ ਬੰਦਗੀ, ਨਾਮ ਵਿਆਹ ਵੀ ਨਹੀਂ ਕਰਾਇਆ ਹੋਵੇ, ਜਤੀ ਸਤੀ ਪਹਿਰਾ ਹੋਵੇ, ਤੇ ਮਨ ਇੱਥੇ ਹੋਵੇ ਕਿ ਅੰਮ੍ਰਿਤਸਰ ਤੋਂ ਸੰਗਤ ਆਈ ਏ, ਇਹ ਦਰੀ ਤੇ ਬੈਠੇ, ਮੈਂ ਤੁਲਾਈ ਤੇ ਬੈਠਾ। ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਗਰੀਬੀ ਦਾ, ਹਿਰਦੇ ਦੀ ਗਰੀਬੀ ਦਾ ਕਿਨਕਾ ਮਿਲੇਗਾ ਤੇ ਜਪਣ ਵਾਲਿਆਂ ਦੇ ਜੀਵਨ 'ਚੋਂ ਮਿਲੇਗਾ। ਆਖੋ ਸਤਿਨਾਮ ਜੀਵਨ ਜੀ। ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਵੀ ਲਖਵਿੰਦਰ ਸਿੰਘ ਦਿਹਾੜਾ ਮਨਾਇਆ। ਜਿੱਧਰ ਭਲੇ ਲਈ ਜਾਣਾ, ਜਿੱਧਰ ਪਰਉਪਕਾਰ ਲਈ ਜਾਣਾ, ਕਿਉਂਕਿ ਉਦੋਂ ਸਮਾਂ ਇਹੋ ਜਿਹਾ ਸੀ। ਇਹ ਤੇ ਹੁਣ ਵੋਟਾਂ ਪੈ ਕੇ ਰਾਜ ਚੁਣਿਆ ਜਾਂਦਾ, ਪਹਿਲੇ ਤੇ ਦੂਜਾ ਰਾਜ ਸੀ, ਜਿਸ ਕੀ ਲਾਠੀ ਉਸ ਕੀ ਭੈਂਸ। 1000 ਦੇ ਕਰੀਬ ਸਾਲ ਉਹ ਸੰਤਾਪ ਹੋ ਗਿਆ। ਉਹ ਤੇ ਇੰਨਾ ਕੁ ਜ਼ੁਲਮ ਦਾ ਸੀ ਵੀ ਜੇ ਕਿਸੇ ਮੁਗਲ ਬਾਦਸ਼ਾਹ ਦਾ ਮੁੰਡਾ, ਉਹਦੇ 'ਚ ਤਾਕਤ ਜ਼ਿਆਦਾ ਆ ਗਈ ਤੇ ਪਿਓ ਨੂੰ ਮਾਰ ਦੇ ਬਹਿ ਜਾਓ। ਆਖੋ ਸਤਿਨਾਮ। ਆ ਰਾਜ ਇਹ ਤੇ ਜਿਹੜਾ ਹੁਣ ਵੋਟਾਂ ਨਾਲ ਆਪਾਂ ਚੁਣਦੇ ਆ, ਇਹ ਸਾਰੀ ਬਖਸ਼ਿਸ਼ ਬਾਜਾਂ ਵਾਲੇ ਦੀ। ਆਖੋ ਸਤਿਨਾਮ। ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ। ਇਹ ਕਲਗੀਧਰ ਦੀ ਮਿਹਰ ਹੈ, ਜਿਨ੍ਹਾਂ ਨੇ ਉਹ ਜ਼ੁਲਮ ਰਾਜ ਦੀ ਜੜ ਨੂੰ ਖੇੜਿਆ। ਆਖੋ ਸਤਿਨਾਮ। ਜੜ ਨੂੰ ਖੇੜਿਆ। ਜ਼ੁਲਮ ਹੀ ਸੀ, ਤਿਲਕ ਲਾ ਦਿਓ, ਜ਼ੁਲਮ ਹੀ ਸੀ, ਜੰਜੂ ਲਾ ਦਿਓ। ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ।
ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤੇ ਪਹਿਲੇ ਸਿੱਖਿਆ ਮੰਤਰੀ ਡਾਕਟਰ ਅਬਦੁਲ ਕਲਾਮ, ਉਹਨਾਂ ਦੀ ਕਿਤਾਬ ਇੰਟਰਨੈਟ ਤੇ ਪੜ੍ਹਿਓ ਜਾਂ ਲਿਆ ਕੇ ਪੜ੍ਹਿਓ। ਕਿਤਾਬ ਦਾ ਨਾਂ ਹੈ ਇੰਡੀਆ ਵਨ ਫਰੀडम, ਇੱਕ ਮੁਸਲਮਾਨ ਸਿੱਖਿਆ ਮੰਤਰੀ ਦੀ ਕਿਤਾਬ। ਉਹ ਆਪਣੀ ਕਿਤਾਬ 'ਚ ਕੀ ਲਿਖਦਾ ਕਿ ਜਲਿਆਂਵਾਲੇ ਬਾਗ 'ਚ ਇੰਨੇ ਸ਼ਹੀਦ ਹੋਏ, ਇੰਨੇ ਸਿੱਖ, ਇੰਨੇ ਦੂਜੇ ਵੀਰ, ਉਮਰ ਕੈਦ ਹੋਈ, ਇੰਨੇ ਸਿੱਖ, ਇੰਨੇ ਫਾਂਸੀ ਚੜ੍ਹੇ, ਇੰਨੇ ਸਿੱਖ ਵੀਰ, ਇੰਨੇ ਦੂਜੇ ਵੀਰ। ਕੂਕਾ ਲਹਿਰ, ਬਜ ਘਾਟ ਦੀ ਲਹਿਰ, ਕਾਲੀ ਲਹਿਰ, ਉਹ ਡਾਕਟਰ ਅਬਦੁਲ ਕਲਾਮ ਸਾਰੇ ਵੇਰਵੇ ਦੇ ਕੇ ਕਹਿੰਦਾ ਵੀ ਹਿੰਦੁਸਤਾਨ ਦੀ ਜਿੰਨੀ ਆਜ਼ਾਦੀ ਦੇ ਵਿੱਚ 92% ਸ਼ਹੀਦੀਆਂ ਤੇ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀਆਂ। ਭੱਜ ਵਾਲੇ 92%। ਹੁਣ ਇੱਥੇ ਅੰਦਾਜ਼ਾ ਲਾ ਲਓ ਵੀ ਆ ਜਿਹੜੀ ਆਜ਼ਾਦੀ ਜਾਂ ਆਪਣੀ ਮਰਜ਼ੀ ਨਾਲ ਵੋਟ ਦੇ ਭਾਵ ਨਾਲ ਬੰਦਾ ਚੁਣਨਾ, ਇਹ ਜ਼ੁਲਮ ਦੀ ਉਸ ਜੜ ਨੂੰ ਖਤਮ ਕਰਨ ਵਿੱਚ ਉਹ ਸ਼ਹੀਦੀਆਂ, ਉਹ ਆਜ਼ਾਦੀ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਪਿਰਟ ਭਰੀ ਸੀ। ਆਖੋ ਸਤਿਨਾਮ। ਉਹ ਕਿਰਪਾ ਕੀਤੀ। ਇਹ ਪਹਿਲਾ ਸਮਾਂ ਦੇ ਫਿਰ ਇਹੀ ਸੀ, ਕਦੀ ਬਾਬਾ ਦੀਪ ਸਿੰਘ ਕੋ ਕੋਈ ਆ ਜਾਂਦਾ ਸੀ, ਕਦੀ ਕੋਈ ਆ ਜਾਂਦਾ। ਬਾਬਾ ਜੀ ਨਾਸਰਦੀਨ ਦੀ ਗੜੀ ਮੇਰੀ ਨੂੰਹ ਨੂੰ ਚੁੱਕ ਕੇ ਲੈ ਗਏ, ਮੇਰੀ ਧੀ ਨੂੰ ਚੁੱਕ ਕੇ ਲੈ ਗਏ, ਫਲਾਣਾ ਮੁਗਲ ਇੰਝ ਕਰ ਗਿਆ। ਤੇ ਬਾਬਾ ਜੀ 50-50 100-100 ਸੂਰਮੇ ਨਾਲ ਖੜਨੇ, ਗੜੀ ਨੂੰ ਘੇਰਾ ਪਾਣਾ। ਐਵੇਂ ਨਹੀਂ ਅੱਜ ਸਾਰੇ ਪਾਸੇ ਜਾਇਆ ਕਰ ਬਾਬਾ ਦੀਪ ਸਿੰਘ। ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਮਾਹਾ। ਮੈਂ ਕਹਿੰਦਾ ਆਪਣੇ ਲਈ ਤੇ ਸਾਰੇ ਜੀ ਲੈਂਦੇ, ਆਪਣੇ ਪਰਿਵਾਰ ਲਈ ਤੇ ਸਾਰੇ ਜੀ ਲੈਂਦੇ, ਇਸ ਤਰ੍ਹਾਂ ਕਿਸੇ ਲਈ ਜੀਣਾ ਬਾਬਾ ਦੀਪ ਸਿੰਘ ਨੇ ਸਿਖਾਇਆ। ਕਹਿ ਦਿਓ ਗੱਜ ਕੇ ਸਤਿਨਾਮ। ਐਵੇਂ ਨਹੀਂ ਜਾਇਆ। ਉਹ ਜਦੋਂ ਘੇਰਾ ਪਾਣਾ ਤੇ ਉਹ ਨੂੰਹ ਨੂੰ ਛਡਾਉਣਾ, ਬੱਚੀਆਂ ਨੂੰ ਛਡਾਉਣਾ, ਉਹ ਵਾਰਸਾਂ ਦੇ ਹਵਾਲੇ ਜਦੋਂ ਕਰਨਾ, ਕਿਉਂਕਿ ਬਾਬਾ ਜੀ ਦਾ ਘੇਰਾ ਬੜਾ ਨਾਮ ਜਪਣ ਦੀਆਂ ਰੂਹਾਂ ਸੀ ਨਾ। ਉਹਨਾਂ ਫਿਰ ਚਿੱਟਾ ਝੰਡਾ ਚੱਕ ਲੈਣਾ, ਮੂੰਹ 'ਚ ਘਾਹ ਪਾ ਕੇ ਡਰ ਜਾਣਾ, ਗੜੀ ਵਾਲੇ ਅੱਗੋਂ ਤਾੜਨਾ ਕਰਨੀ, ਉਹਨਾਂ ਨੂੰ ਛੁਡਾ ਕੇ ਵਾਰਸਾਂ ਦੇ ਹਵਾਲੇ ਕਰਨਾ। ਕਿੱਡੀ ਵੱਡੀ ਸੀਸ। ਤੇ ਮੈਂ ਉੱਥੇ ਗੱਲ ਆ ਰਿਹਾ ਵੀ ਜਦੋਂ ਬਾਬਾ ਜੀ ਇਸ ਤਰ੍ਹਾਂ ਕੋਈ ਵੀ ਕਿਸੇ ਦਾ ਕਾਰਜ ਕਰਕੇ ਆਉਂਦੇ ਸੀ, ਆਉਂਦਿਆਂ ਸਿੰਘਾਂ ਨੂੰ ਕੀ ਕਹਿਣਾ ਕਿ ਭਾਈ ਅਲੱਗ-ਅਲੱਗ ਬਹਿ ਜਾਓ, ਕਿਤੇ ਹਉਮੈ ਨਾ ਆ ਜੇ, ਅਸੀਂ ਛੁਡਾ ਕੇ ਲਿਆਏ। ਆਖੋ ਸਤਿਨਾਮ। ਕਿਤੇ ਮੈਂ ਨਾ ਅਜੇ ਅਸੀਂ ਪਰਉਪਕਾਰ ਕਰਕੇ ਆਏ ਹਾਂ। ਅਲੱਗ-ਅਲੱਗ ਬਹਿ ਜਾਓ ਤੇ 5-5 ਪਾਠ ਜਾਪ ਸਾਹਿਬ ਹਾਜ਼ਰੀ ਲਾਓ। ਗੁਰੂ ਗੋਬਿੰਦ ਸਿੰਘ ਨੇ ਸੇਵਾ ਲੈ ਲਈ। ਕਹਿ ਦਿਓ ਗੱਜ ਕੇ ਸਤਿ। ਇਹ ਮਹਾਂਪੁਰਸ਼ਾਂ ਦੇ ਜੀਵਨ 'ਚੋਂ ਮਿਲੇਗੀ ਗਰੀਬੀ, ਨਿਮਰਤਾ। ਇਸ ਕਰਕੇ ਮਹਾਰਾਜ ਕਹਿੰਦੇ ਸੰਤ ਕੇ ਸੰਗ ਮਿਟਿਆ ਹੰਕਾਰ। ਪੜਿਓ ਪਿਆਰ ਨਾਲ। ਸੰਤ ਕੇ ਸੰਗ ਮਿਟਿਆ ਦ੍ਰਿਸ਼ਟਾਵੇ ਸਵੇ ਕੰਕਾਰ। ਦ੍ਰਿਸ਼ਟਾਵੇ ਸਵੇ ਕੰਕਾਰ। ਸੰਤ ਦੇ ਸੰਗ ਮਿਟਿਆ ਹੰਕਾਰ। ਸੰਤ ਦੇ ਸੰਗ ਮਿਟਿਆ ਹੰਕਾਰ।
ਸੰਗਤ ਜੀ ਇਸੇ ਟਿਊਨ ਤੇ ਹੀ ਮੈਂ ਹੁਣ ਸ਼ਬਦ ਪੜਨ ਲੱਗਾ ਹਾਂ। ਘੜੀ ਮੈਂ ਵੇਖੀ 6:54 ਹੋ ਗਿਆ। ਆਪ ਜੀ ਬਹੁਤ ਭੈਣਾਂ ਕੱਲੀਆਂ ਆਈਆਂ ਹੁੰਦੀਆਂ, ਲੇਟ ਨਾ ਹੋ। ਜਿਹੜਾ ਸਬਜੈਕਟ ਚੱਲ ਰਿਹਾ ਛੋਟੀ ਉਮਰੇ ਪੁੱਗੀਆਂ ਰੂਹਾਂ, ਭਾਈ ਪੱਲਾ ਜੀ ਦਾ 51ਵਾਂ ਭਾਗ। ਤੇ ਜਿਹੜੇ ਸ਼ਬਦ ਨੂੰ ਅਸੀਂ ਹਰ ਵਾਰੀ ਫਿਰ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ ਗੁਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਹੁਣ ਇਹਨੂੰ ਬੰਦ ਕਰਾਂ, ਨਵੀਂ ਟਿਊਨ ਫਿਰ ਲਾਵਾਂ, ਉਹ ਟਾਈਮ ਵੀ ਵੱਜੇ। ਇਸੇ ਟਿਊਨ 'ਚ ਇਹ ਸ਼ਬਦ ਪੜ੍ਹ ਲਓ ਤੇ 15 ਕੁ ਮਿੰਟ ਸਹਿਯੋਗ ਦੇਣਾ ਤਾਂ ਕਿ ਉਹ 51ਵਾਂ ਭਾਗ। ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ। ਗੁਰੂ ਪ੍ਰਹਿਲਾਦ ਜਪਿਓ ਹਰ ਜੈਸੇ, ਰਾਮ ਜਪੋ ਜੀ ਐਸੇ ਐਸੇ ਰਾਮ ਜਪੋ, ਰਾਮ ਜਪੋ ਐਸੇ ਐਸੇ। ਸਦੈਸੀ ਬੁੱਧ ਸੁਮਨੀ ਚੂਕ ਗਈ ਫਿਰ ਆਵਨ ਜਾਨੀ। ਓ ਕਬੀਰ ਭਜ ਸਾਰਨ ਪਾਨੀ, ਪੁਰਵਾਰ ਪਰ ਸਭ ਇੱਕੋ ਧਨੀ। ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ। ਭਿਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਛੋਟੀ ਉਮਰੇ ਪੁੱਗੀਆਂ ਰੂਹਾਂ। ਅੱਜ 51ਵਾਂ ਭਾਗ ਹੈ ਤੇ ਸਾਰਿਆਂ ਨੂੰ ਪਤਾ ਵੀ ਜਿਹੜੀ ਕਥਾ ਚੱਲਦੀ ਪਈ ਏ ਬੁਤਾਲੇ ਪਿੰਡ ਦੇ ਭਾਈ ਪੱਲਾ, ਛੋਟੀ ਉਮਰ, ਆਖੋ ਸਤਨਾਮ। ਇੱਕ ਮਾਂ ਨੇ ਸਪਿਰਟ ਭਰਤੀ, ਬੱਚਿਆ ਤੇਰਾ ਗੁਰੂ ਇੰਨਾ ਅੰਤਰਜਾਮੀ ਏ, ਤੂੰ ਘਰ ਬਹਿ ਕੇ ਯਾਦ ਕਰ, ਉਹ ਤੈਨੂੰ ਘਰ ਆ ਕੇ ਦਰਸ਼ਨ ਦੇ। ਆਖੋ ਸਤਨਾਮ। ਉਹ ਗੱਲ ਵੜ ਗਈ। ਮਾਂ ਨੇ ਕਿਹਾ ਸ਼ਰਧਾ ਹੋਰ ਵੱਧ ਜੇ, ਗੱਲ 'ਚ ਪੱਲਾ ਪਾਤਾ ਤੇ ਗੁੜ ਦੀ ਰੋੜੀ ਬੰਨ੍ਹਤੀ। ਕਿਧਰੇ ਮੋਹਰ ਲਿਖਿਆ, ਕਿਧਰੇ ਸਿੱਕਾ ਨਾਲ ਬੰਨ੍ਹਤਾ ਵੀ ਜਦੋਂ ਗੁਰੂ ਸਾਹਿਬ ਆ ਗਏ ਖਾਲੀ ਨਾ ਮਿਲੀ, ਗੁੜ ਤੇ ਸਿੱਕਾ ਭੇਟ ਕਰੀ। ਆਖੋ ਸਤਨਾਮ। ਇਹ ਜੁਗਤੀਆਂ। ਜਦੋਂ ਗੁੜ ਵੇਖੇਗਾ ਗੁਰੂ ਯਾਦ ਆਏਗਾ, ਜਦੋਂ ਸਿੱਕਾ ਵੇਖੇਗਾ ਗੰਢ ਤੇ ਗੁਰੂ ਯਾਦ ਆਏਗਾ। ਆ ਮਾਵਾਂ ਦੀ ਲੋੜ ਹੈ। ਕਹਿ ਦਿਓ ਗੱਜ ਕੇ ਸਤਨਾਮ। ਹੁਣ ਤੇ ਜਿੰਨਾ ਕੁ ਸਮਾਂ ਜਾ ਰਿਹਾ ਸਾਰੀਆਂ ਮਾਵਾਂ ਨੂੰ ਬੜੀ ਵੱਡੀ ਡਿਊਟੀ ਨਿਭਾਉਣੀ ਪੈਣੀ।
नहीं तो बच्चे मोबाइल लैके बस कार्टून ਨੂੰ ਪਹਿਲ ਦੇਣ ਲੱਗ ਪਏ, ਵਿੱਚ ਜੋ ਕੁਝ ਹੋਰ ਚੀਜ਼ ਨੂੰ ਪਹਿਲ ਦੇਣ ਲੱਗ ਪਏ। 60-70% ਬੱਚੇ ਦੇ ਇਹੋ ਜਿਹੇ ਹੈ ਕਿ मोबाइल का कुछ लाओ तो रोटी की बुरकी मूँह च पाते, आखो सतनाम, दुध पी। थोड़ी थोड़ी ड्यूटी निभानी पऊगी। आप जी सारे लोड़ है, समय अनुसार कह दो गज के साथ डायरियां ला दो। कोई बच्चे नूं निगाह जा लालच दे दो, कुछ कर दो। गुरु गोबिंद सिंह दे खाते विच तुहाडी सही वज जाएगी। सही आ मां ने अपनी ड्यूटी निभाई। जननी जने ता भगत जन कह दाता कह सूर, नहीं ता जननी बांझ रहे काए गवावे। ये मां ने वेखो गुड़ दी रोड़ी, सिर्फ जदों वेखेगा इनू गुरु याद आएगा भी कदों आना। ते हुण सारी संगत नोट करियो आपां कित्थे छड्डिया सी पिछली वारी। गुरु हरगोबिंद साहब किरपा करती, कुछ सिंघां समेत आ गए, सुरमियां समेत, सिखां समेत। उच्चे टिब्बे ते बैठा जिहड़ी मूरत नूं हिरदे च वसाया वो सामने आई। हुण फटाफट गुड़ दी वो गंढ खोलदा, कोई चीज़ काफ़ी चिर तो गंढ बजी हो पिड्डी हो जाती, खुलती। वो हथ कंबदे आ। कोई छेवें पातशाह के दर्शन किहड़े कोई घट सी, आखो सतनाम। गुरु हरगोबिंद साहब के दर्शनां दी बड़ी बड़ी तसीर सी। गुरु हरगोबिंद साहब सामने खड़े, जदों देखो हथ कंबदे ना, गंढ खुलदी नहीं गोड़ा लई। महाराज के मुख चो निकल गया, कहते लिया पलिया तेरिया गंढा मैं खोल दे, आखो सतनाम। कई कुछ मिल गया। वो आप इत्थों ही चलते पे 5-6 हफ्तियां तो भी 7 तरह के बंधन गिने। कायां दा बंधन, कई कायां दे बंधन च ने। सोचां दा बंधन, आ भी बंधन है। सोच कई बारी पिछे चली जाती, मेरे नाल की बीते। कई बारी आने वाला समा आया ही नहीं होंदा, सोच उधर चली जाती। वर्तमान च रहा कर, वर्तमान का आनंद माणिया कर। ये भी बंधन। एक शाहूकार ने कहा सी ना अपने मुनीब नूं, माड़ी गिणती कर है किन्नी कि मेरे को दौलत। काफ़ी शाहूकार उन्हें जो गिणती की तो उन्होंने कहा जी तुहाड़ियां 12 कुल्लां वेलियां बह के खा सकती, इन्नी कि तुहाडे कोल हैगी। उच्ची उच्ची रोण लग पे। तो मुनीब कहता भी रो क्यों लग पे, भी तुहाडे पुत्र पोतरे पड़पोते 12 कुल्लां वेलियां बह गए। पर सोचां दा बंधन सी। कहता मैं तां रो रहा, मेरी 13वीं कुल दा की बने। जिथे ज्ञान नहीं इन्ना कुछ होंदियां भी रोना है, आखो सतनाम। ये सोचां दा बंधन है, राइटर ने गिने। तीजा बंधन होमे दा, चौथा तृष्णा दा। ये तुसी डिटेल सुनी। पिछली बार आप शुरू की सी। पंजवां बंधन है माया दा बंधन, आखो सतनाम। माया दा तुहानू गल चंगी लगे तो वेख लियो। ये
ਇੱਕ ਬੜੇ ਧਰਮੀ ਪਿਤਾ ਨੇ ਮਰਨ ਵੇਲੇ ਪੁੱਤਰ ਨੂੰ ਸਿੱਖਿਆ ਦਿੱਤੀ, ਬੇਟਾ ਮੇਰੀਆਂ 3 ਸਿੱਖਿਆ ਝੋਲੀ 'ਚ ਪਾ ਲੈ। ਪੁੱਤਰ ਕਹਿੰਦਾ ਪਿਤਾ ਜੀ ਦੱਸੋ। ਪਹਿਲੀ ਸਿੱਖਿਆ ਦਿੱਤੀ, ਜ਼ਿੰਦਗੀ 'ਚ ਕਦੀ ਮਾਇਆ ਗਲਤ ਤਰੀਕੇ ਨਾਲ ਨਾ ਕਮਾਈ। ਆਖੋ ਸਤਿਨਾਮ। ਇਹ ਗੱਲ ਚੰਗੀ ਲੱਗੇ ਤੇ ਵੇਖ ਲੈ। ਦੂਜੀ ਸਿੱਖਿਆ ਦਿੱਤੀ, ਮਾਇਆ ਕਰਕੇ ਕਿਸੇ ਨੂੰ ਦੁੱਖ ਨਾ ਦੇ। ਤੀਜੀ ਸਿੱਖਿਆ ਦਿੱਤੀ ਕਿ ਮਾਇਆ ਨੂੰ ਧਰਮ ਦੇ ਕੰਮਾਂ ਤੇ ਲਾਣ ਵੇਲੇ ਕਦੀ ਸੰਕੋਚ ਨਾ ਕਰੀ। ਕਹਿ ਦਿਓ ਗੱਜ ਕੇ ਸਤਿ। ਇਹ ਹੋ ਸਕੇ ਤੇ ਤਿੰਨੇ ਚੀਜ਼ਾਂ ਲਾਈਫ। ਮਾਇਆ ਗਲਤ ਤਰੀਕੇ ਨਾਲ ਨਾ ਕਮਾਈ, ਮਾਇਆ ਕਰਕੇ ਕਿਸੇ ਨੂੰ ਦੁੱਖ ਨਾ ਦੇਈ, ਮਾਇਆ ਧਰਮ ਦੇ ਕੰਮਾਂ ਵਿੱਚ ਲਾਣ ਵੇਲੇ ਸੰਕੋਚ ਨਾ ਕਰੀ। ਆਖੋ ਸਤਿਨਾਮ। ਇਹ ਤਿੰਨੇ ਚੀਜ਼ਾਂ ਉਹ ਜਿਹਦੇ ਤੇ ਗੁਰੂ ਟੁੱਟ ਕੇ ਕਿਰਪਾ ਕਰਦੇ। ਮਾਇਆ ਦੇ ਬੰਧਨ, ਇਹ ਪੰਜਵਾਂ ਬੰਧਨ। ਕੋਈ ਉੱਠੇ ਨਾ ਐਂ 5-7 ਮਿੰਟ ਸਾਥ ਦੇਣਾ ਕਿ ਨਾਲ ਨਾਲ ਆਪਾਂ ਹਾਜ਼ਰ ਨਾਜ਼ਰ ਸਮਝਣਾ ਗੁਰੂ ਗ੍ਰੰਥ ਸਾਹਿਬ। ਆਪਣਾ ਕੇਸ ਵੀ ਲਾਣਾ, ਫਾਈਲ ਲਾਣੀ। ਬਾਬਾ ਜੀ ਸਾਡੇ ਵੀ ਕੱਟਿਓ ਬੰਧਨ, ਜਿਵੇਂ ਉਹਦੀਆਂ ਗੰਢਾਂ ਖੋਲੀਆਂ। ਪਿਆਰ ਨਾਲ ਸਾਰੇ ਆਓ ਜੀ, 7-8 ਮਿੰਟ ਸਹਿਯੋਗ ਦੇਣਾ। ਮੇਰਾ ਮਨ ਹੁੰਦਾ ਵੀ ਕੀਰਤਨੀਆਂ ਨੂੰ ਮਾਇਆ ਨਾਲ ਮਤਲਬ ਨਾ ਹੋਵੇ, ਸੰਗਤ ਪਿਆਰ ਨਾਲ ਸੁਣਨ ਆਈ ਹੋਵੇ, ਪ੍ਰੋਗਰਾਮ ਕਰਾਉਣ ਵਾਲਾ ਪਿਆਰ ਨਾਲ ਕਰਾ ਰਿਹਾ ਹੋਵੇ ਤੇ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਇਹੋ ਜਿਹੀਆਂ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਆ ਬੈਠੇ ਹੋਵੇ, ਇਹੋ ਜਿਹੀਆਂ ਜਗ੍ਹਾ ਤੇ ਬਾਬਾ ਜੀ ਦੇ ਸ਼ਹੀਦ ਸਿੰਘ ਵੀ ਹਾਜ਼ਰ ਹੁੰਦੇ। ਇਹੋ ਜਿਹੇ ਸਮੇਂ ਫਿਰ ਫੈਲ ਲਾਉਣੀ ਚਾਹੀਦੀ ਹੈ ਕਿ ਪਿਤਾ ਜੀ ਸਾਡੀ ਵਾਰੀ ਕਦੋਂ ਆਏਗੀ। ਗੰਢਾਂ ਪੱਲੇ ਦੀਆਂ ਖੋਲਣ ਵਾਲਿਆ, ਸਾਡੇ ਤੇ ਵੀ ਮੇਰ ਕਰੀ। ਗੰਢਾਂ ਸਾਰੀਆਂ ਭੈਣਾਂ ਗੰਢਾਂ ਜਿਵੇਂ ਪਾਸ਼ਾ ਉਹਨਾਂ ਦੀਆਂ ਗੰਢਾਂ ਖੋਲੀਆਂ, ਸਾਡੀਆਂ ਵੀ ਖੋਲੀਆਂ। ਗੰਢਾਂ ਪੱਲੇ ਦੀਆਂ ਖੋਲਣ ਸਾਡੇ ਤੇ ਵੀ ਮੇਰ ਕਰੀ। ਗੰਢਾਂ ਵਾਹ ਬੰਧਨ ਕਾਟਣ ਹਾਰ ਸੁਆਮੀ, ਬੰਧਨ ਕਾਟਣ ਬੰਧਨ ਕਾਟਣ ਹਾਰ ਸੁਆਮੀ। ਜਨ ਨਾਨਕ ਸਿਮਰੇ ਅੰਤਰ ਜਾਮੀ। ਗੰਢਾਂ ਪੱਲੇ ਦੀਆਂ ਖੋਲਣ ਵਾਲਿਆ, ਸਾਡੇ ਤੇ ਵੀ ਮੇਰ ਕਰੀ। ਬੋਲੋ ਭੈਣੋ ਗੰਢਾਂ ਗੰਢਾਂ ਪੱਲੇ ਦੀਆਂ ਖੋਲਣ ਵਾਲਿਆ, ਸਾਡੇ ਤੇ ਵੀ ਮੇਰ ਕਰੀ। ਬੋਲੋ ਭੈਣੋ ਬੰਧਨ ਕਾਟੇ ਆਪ ਪ੍ਰਭ, ਬੰਧਨ ਕਾਟੇ ਆਪ ਪ੍ਰਭ। ਹੋਆ ਕਿਰਪਾਲ ਦੀਨ ਦਿਆਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ। ਤਾਕੀ ਨਦਰ ਨਿਹਾਲ, ਗੰਢਾਂ ਪੱਲੇ ਦੀਆਂ
ਹਾਂਜੀ ਸਾਡੇ ਤੇਰੀ ਸਾਡੇ ਗੱਲ ਚੰਗੀ ਲੱਗੇ ਵੇਖਿਓ, ਇਹ ਥੋੜੀ ਪੋਜ਼ਿਟਿਵ ਹੈ। ਮਾਇਆ ਹੋਵੇ ਤੇ ਇਸ ਤਰ੍ਹਾਂ ਦਾ ਸੁਭਾਅ। ਅਕਬਰ ਦਾ ਦਰਬਾਰੀ ਕਵੀ ਹੋਇਆ ਜੀ ਰਹੀਮ, ਉਹਦੇ ਦੋਹਰੇ ਵੀ ਕਿਤਾਬ ਮਿਲਦੀ ਵੀ ਯਾਰੋ ਪੜ੍ਹਿਓ। ਮੈਨੂੰ ਉਹਦੀ ਗੱਲ ਚੰਗੀ ਲੱਗੀ, ਮੈਂ ਆਪ ਜੀ ਅੱਗੇ ਥਾਨ ਖੋਲ ਰਿਹਾ। 10 ਸਾਲ ਦਾ ਬੱਚਾ ਵੀ ਫਿਰ ਸਮਝ ਜਾਂਦਾ ਕਿਹੜੀਆਂ ਗੰਢਾਂ ਮੈਂ ਬੇਨਤੀ ਕਰ। ਅਕਬਰ ਦਾ ਦਰਬਾਰੀ ਕਵੀ ਹੋਇਆ ਰਹੀਮ, ਇੰਨੀ ਕਿਰਪਾ ਕਰਤੀ ਰੱਬ ਨੇ। ਦਰਬਾਰੀ ਕਵੀ ਸੀ, ਤਨਖਾਹ ਮਿਲਦੀ, ਚੰਗੀ ਮਾਇਆ ਮਿਲਦੀ ਸਭ, ਪਰ ਵਾਹਿਗੁਰੂ ਨੇ ਐਸੀ ਗੰਢ ਖੋਲੀ ਹੋਈ ਸੀ, ਜਿੰਨੀ ਅਕਬਰ ਕੋਲੋਂ ਤਨਖਾਹ ਮਿਲਦੀ ਸੀ, ਇੱਕ ਹਿੱਸਾ ਘਰ ਵਰਤਦਾ ਸੀ, 9 ਹਿੱਸੇ ਗਰੀਬਾਂ ਨੂੰ ਦੇ ਦਿੰਦਾ। ਆਖੋ ਸਤਿਨਾਮ। ਬੜੀ ਵੱਡੀ ਗੱਲ ਹੈ ਕਿ ਤੇਰੇ ਦਸਵੰਧ ਇੱਕ ਹਿੱਸਾ ਪਰਉਪਕਾਰ ਲਈ ਲੈਣਾ, 9 ਹਿੱਸੇ ਘਰ। ਉਹ ਇੰਨਾ ਉਹਦਾ ਮਨ ਮਰੇ, ਪੋਜ਼ਿਟਿਵ ਗੱਲ ਹੈ। 9 ਹਿੱਸੇ ਲੋੜਵੰਦਾਂ ਨੂੰ ਵੰਡਣੇ, ਇੱਕ ਹਿੱਸਾ ਘਰ ਵਰਤਣਾ। ਇੱਕ ਦੂਜਾ ਗੁਣ ਸੁਣਿਓ ਅਕਬਰ ਦੇ ਦਰਬਾਰੀ ਕਵੀ ਰਹੀਮ ਦਾ। ਕਹਿੰਦੇ ਤਕਰੀਬਨ ਲੋੜਵੰਦ ਬੂਹੇ ਖੜੇ ਰਹਿੰਦੇ, ਤਕਰੀਬਨ ਦਰਵਾਜ਼ੇ ਤੇ ਖੜੇ ਰਹਿੰਦੇ। ਮੈਨੂੰ ਬੜੀ ਚੰਗੀ ਲੱਗੀ ਗੱਲ, ਤੁਸੀਂ ਵੇਖੋ। ਦੂਜਾ ਗੁਣ, ਜਿਹਨੂੰ ਵੰਡਦਾ ਸੀ ਨਾ, ਤੇ ਵੰਡਣ ਵੇਲੇ ਆਪਣੀਆਂ ਅੱਖਾਂ ਨੀਵੀਆਂ ਰੱਖਦਾ। ਇਹ ਬੜੀ ਵੱਡੀ ਗੱਲ ਹੈ। ਲੈਣ ਵਾਲੇ ਦੇ ਚਰਨਾਂ 'ਚ ਵੇਖਣਾ, ਅੱਖਾਂ ਨੀਵੀਆਂ ਰੱਖਣੀਆਂ। ਬਸ ਆਹ ਕੁੰਡੀ ਜਿਹਨੇ ਫੜ ਲਈ, ਸਮਝ ਲਓ ਗੁਰੂ ਤੁਹਾਡੇ ਨਾਲ ਹੈ। ਹੋਵੇਂ ਜਾਈ ਤਾਂ ਕੰਤ ਸਮਾਈ, ਆਖੋ ਸਤਿਨਾਮ। ਵੰਡਣ ਵਾਲੇ ਅੱਖਾਂ ਨੀਵੀਆਂ। ਲਾਰੈਂਸ ਰੋਡ ਤੋਂ ਕੱਪੜੇ ਮਿਲ ਜਾਣਗੇ, ਗ੍ਰੀਨ ਐਵਨਿਊ ਤੋਂ ਕਈ ਤਰ੍ਹਾਂ ਦੇ ਹੋਰ ਸ਼ਿੰਗਾਰ ਦੇ ਸਮਾਨ ਮਿਲ ਜਾਣਗੇ, ਕਈ ਅੰਮ੍ਰਿਤਸਰ ਦੀਆਂ ਮਾਰਕੀਟਾਂ ਵਿੱਚੋਂ ਘਰ ਦੇ ਹੋਰ ਸਾਜੋ ਸਮਾਨ ਮਿਲ ਜਾਣਗੇ। ਜੇ ਕੋਈ ਗੁਰਮਤ ਦੀ ਗੱਲ ਮਿਲੇਗੀ, ਉਹ ਸੰਗਤ 'ਚ ਆ ਕੇ ਮਿਲੇ। ਆਖੋ ਸਤਿਨਾਮ। ਇੱਥੇ ਕਮਾਈ ਕਰਨੀ ਕਿਵੇਂ, ਸੰਭਾਲਣੀ ਕਿਵੇਂ? ਨਹੀਂ ਤੇ ਜਿਹੜਾ ਬੰਦਾ 9 ਹਿੱਸੇ ਦਾਨ ਕਰੇ, ਉਹ ਛਾਤੀ ਦੇ ਇੱਥੇ ਆਈ ਹੁੰਦੀ। ਕਿੰਨੀ ਕਾ ਕੇ ਲੈਣ, ਕਿੰਨੇ ਕੁ ਬਾਰ ਖੜੇ। ਪਰ ਕਹਿੰਦੇ ਆਹ ਵੱਡਾ ਗੁਣ, ਅੱਖਾਂ ਨੀਵੀਆਂ ਕਰਕੇ ਚਰਨਾਂ ਵੱਲ ਵੇਖ ਕੇ, ਆਖੋ ਸਤਿਨਾਮ। ਕੁਝ ਸਰੀਰਾਂ ਨੇ ਸਵਾਲ ਕਰਤਾ ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ। ਕਹਿੰਦੇ ਜੀ ਵੰਡਣ ਵੇਲੇ ਅੱਖਾਂ ਕਿਉਂ ਨੀਵੀਆਂ ਰੱਖਦੇ ਹੋ? ਉਹਨੇ ਜਿਹੜਾ ਜਵਾਬ ਦਿੱਤਾ, ਦੋਹਰੇ 'ਚ ਕਿਤਾਬ ਲਿਆ ਕੇ ਪੜ੍ਹਿਓ, ਮੈਨੂੰ ਬੜਾ ਵਧੀਆ ਲੱਗਾ। ਉਹ ਕਹਿੰਦੇ ਜੀ ਵੰਡਣ ਵੇਲੇ ਅੱਖਾਂ ਕਿਉਂ ਨੀਵੀਆਂ ਰੱਖਦੇ ਹੋ? ਤੇ ਵੇਖੋ ਉਹਦਾ ਜਵਾਬ ਇੱਥੇ ਵੱਜਦਾ। ਅਕਬਰ ਦਾ ਦਰਬਾਰੀ ਕਵੀ ਰਹੀਮ, ਉਹਨੇ ਆਪਣੇ ਲਿਖਤ ਦੇ ਜੋ ਫਿਰ ਲਿਖਿਆ ਹੈ, ਵੰਡਣ ਵੇਲੇ ਅੱਖਾਂ ਕਿਉਂ ਨੀਵੀਆਂ ਰੱਖਦੇ ਹੋ ਜੀ? ਕੀ ਕਹਿੰਦਾ? ਦੇਨਹਾਰ ਕੋਈ ਹੋਰ ਹੈ। ਕਹਿ ਦਿਓ ਗੱਜ ਕੇ ਕਹਿੰਦਾ ਆ ਸਾਰੇ ਸਮਝਦੇ ਵੀ ਮੈਂ ਵੰਡਣਾ ਪਿਆ, ਪਰ ਦੇਣ ਵਾਲਾ ਤੇ ਕੋਈ ਹੋਰ ਹੈ ਪਿੱਛੇ। ਦੇਣਹਾਰ ਕੋਈ ਹੋਰ ਹੈ, ਭੇਜਤ 100 ਦਿਨ ਰਹਿਣ। ਇਹ ਸਮਝਦੇ ਨੇ ਮੈਂ ਦੇ ਰਿਹਾ,
पर देण वाला कोई होर है पिछे। जे मैं अकबर को लेना तो अकबर नूं देण वाला भी कोई होर है। कह के आखो सतनाम। नहीं तो कीड़ा थाप देवे पातशाही लश्कर करे राज भिखारी ते राज करावे राजा ते। देनहार को और है भेजत 100 दिन रैण। जेड़ा दिन रैण मैनू भेजदा लोग भरम हम पे धरे। इन्हां लोकां नूं भरम ये समझदे मैं वंड रहा। देनहार को और है भेजत 100 दिन रैण लोग भरम हम पे धरे। या ते नीचे नैण मैं तां अखां नीवियां रखदा कि लोकां नूं भरम है मैं वंड रहा पर पिछों देण वाला कोई होर है। कि जकारा बुलाओ प्यार दे नाल। ये बड़ी प्यारी सिक्खी किरपा उन्हें करनी है। हुण तुहाडा जिहड़ा भलाई केंद्र है तरन तारण रोड, मैं ते सारे स्टाफ अगे यही झोली अड़ना उत्थे। मैं कहा जे 2400 विधवा हर महीने राशन खड़दी है, ये छालां वजणियां असी राशन दे। वो विधवा की मर्जी है, केश निखार लवे, लक्स लवे, रसोना लवे, कोलगट लवे, दाल लवे, तेल लवे, खंड लवे, चाह पत्ती लवे, जो दिल करता। जिन्ना स्टाफ है ना, ये मैं रहीम कवि का दोहरा पढ़ रहा सी। जिन्ना स्टाफ है ना उन्होंने यही कहीदा जिहड़ी विधवा नूं राशन देना अखां विधवा दे पैरां 'च रखे। आखो सतनाम। चरनां 'च रखे। भेजण वाला कोई होर, भेजण वाली गुरु की संगत। कह दो गज के हुण भी माया। ये पॉजिटिव गल है। अकबर दा दरबारी कवि रहीम जिन्नी पे मिलती सी 9 हिस्से गरीबां नूं वंडणे, 1 हिस्सा अपनी उपजीविका लई वरतना। जिन्नू वंडना अखां नीवियां करके। जदों किसे पुछया ते आ दोहरा उचारिया ने, देनहार कोई और है भेजत 100 दिन रैण लोग भरम हम पे धरे। या ते नीचे नैण मैं तां नीवें नैण रखदा भी भरम है लोकां नूं मैं दे रहा मगर कोई होर है। आखो सतनाम। आ चलना ये 5वां बंधन है माया का। एक मैं निकी जी 2 मिनट की गल करके हुण 6वां 7वां बंधन अगली वारी बहुत संगत के फोन आते भी भाई पल्ले की साखी अगे तोरो आप बंधना से ही चली जा रहे। आखो सतनाम। मैं कहा चल विचों कोई लभी जाता, कोई लभी जाता। मैं एक निकी जी बेनती करा भी तुलसीदास होए एक बारी जगन्नाथ की यात्रा गए, मगर चेले नूं कहंदे जेड़ा आवे उन्होंने इहो कहना जगन्नाथ की यात्रा गए। जदों गए यात्रा, ये साडी सिखिया लई। उत्थे जगन्नाथ ने ठाकर विकदे हुए ध्यान चला गया किन्ने दा, कहंदे इन्ने दा। धान इधर चला गया, कहते जिथे साडा अस्थान है उत्थे तो महंगे है। आखो सतनाम। ये ज्यादा ले लीए इन्ना लाभ हो जाएगा। ये ठाकर हिंदू वीर पूजते हैं।
किधरे सालग्राम लिखा, किधरे ठाकर लिखा। ये ले लीए लाभ हो जाएगा, वो ले ले जी जिन्नी कोई समर्था सी भी साढ़े उत्थे महंगे है, इत्थे सस्ते है। ते कहते परमेश्वर मनुख का रूप धार के उन्होंने आश्रम से आया, आके पूछा भी किधर गए ने तुलसीनाथ। कहते महाराज वो जगन्नाथ की यात्रा गए, बड़ा बड़ा उपराला किया उन्होंने। है परमेश्वर सी, मनुख का रूप धारिया सी। परमेश्वर इंज हथ ला के कहता यात्रा यूत्रा नहीं गए, सौदे खरीदन गए। आखो सतनाम, वो सौदा खरीदन गए। देखो माया का बंधन एडा भैड़ा है, ये थोड़ी कई बारी यात्रा भी जी ना वो ठाए नहीं पैन देता। जदों आए आके पुछदे चेले, हाँ भी कोई आया गया? कहते एक शरीर आया ही, उन्हें पूछया तुसीं कित्थे? मैं कहा जी बड़ा बड़ा उपराला कीता, यात्रा गए जगन्नाथ। वो इंज हथ ला के कह गया यात्रा युत्रा नहीं गए, वो सौदे खरीदन गए। वो झटका वजा, कृपा झटका बजा भी वाकई मेरे उत्थे फुरने तो बनते रहे आ भी इन्ना लाभ हो जाएगा। इत्थे ठाकुर सस्ते है, उत्थे महंगे है। मन च सोचते है, कहते यात्रा गए हैं, इंज लगता है यात्रा सफल ही नहीं हुई, दोबारा जाना। जिन्ने ठाकर सारे मोड़ के आने, आखो सतनाम, मोड़ के आने चले गए। हुण जदों सारे ठाकर मोड़े ना, वो निके जे खाने चो गल रह गई, यात्रा सफल ही ना हुई, तां मोड़न आए आ, नहीं तो लाभ तो हो जाना सी ना। आखो सतनाम, नहीं तो लाभ तो हो जाना सी। वो जे कुंडी निकी जी फसी पई। हुण जदों वापस आए तो आके पुछदे आश्रम जिन्होंने सेवक नूं भागे कोई आया गया, क्योंकि उधरों परमेश्वर जिहड़ा मनुख का रूप धार के आया जो दूजी वारी गए। उन्हें फिर पूछा भी किधर गए? कहते महाराज उन्होंने दूजी बारी उपराला किया, जगन्नाथ की यात्रा गए। अगों परमेश्वर इंज हथ ला के कहता यात्रा युत्रा अजे भी नहीं गए, सौदे मोड़न गए। आखो सतनाम, यात्रा युत्रा नहीं गए, सौदे मोड़न गए। जदों आए पूछा भी कोई आया गया? कोई आया गया भाई? वो कहते जी एक शरीर आया सी, मैं तो बड़े चाह नाल गया। पूछया तुहाडा कित्थे गए? मैं कहा जी ओहदे दूजी वारी उपराला कीता, जगन्नाथ की यात्रा गए। कहते जी हथ ला के उन्हें कहता भी यात्रा युत्रा नहीं गए, वो सौदे मोड़न गए। ये तुलसीनाथ जी एक समझाउण दी गल है। मन च सोचते इंज लगता है दो बारी यात्रा गए हैं, एक माया ने थाए नहीं पैण दी। हुण कहते तीजी बारी जाना, ना कोई सौदा लैना ते ना कोई मोड़ना, नाम जपदे जाना ते नाम जपदे आउणा। आखो सतनाम, नाम जपदे जाना ते नाम जपदे आउणा। संगत नूं नाम जपाउंदे जाना, नाम जपाउंदे आउणा। जदों आ फुरने बना के गए ते जदों वापस गए ना उत्थे, तीजी बारी फिर परमेश्वर आया मनुख का रूप धार के आश्रम च आके सेवादार नूं पुछदा किधर ने तुलसीनाथ जी? कहते महाराज उन्होंने तीजी बारी उपराला किया, जगन्नाथ की यात्रा गए ने। अगों परमेश्वर मनुख रूप धार के आया जी, कहते हाँ हाँ हुण यात्रा गए। आखो सतनाम। जे इस गल नूं गुरु ग्रंथ साहिब जो पढ़ोगे तो महाराज जी कहते तीर्थ नावन जाओ, तीर्थ नाम ये इन्ना बंधन पैदा। सच्चे पातशाह कृपा करन, मेहर करन। भगत वड्डा राजा जनक है, गुरमुख माया विच उदासी। कह दो गज के साथ यदि लोड़ भी, पर 10वां हिस्सा लोड़ भी है। किसी का दिल दुखा के ना कमाई, लोड़ भी है, आ मर्यादा रहन। हुण 6वां बंधन है जी,
ਭਉ ਦਾ ਬੰਧਨ, ਡਰ ਦਾ, ਕਈ ਗੱਲਾਂ ਤੋਂ ਡਰ ਲੱਗਦਾ। ਸੱਤਵਾਂ ਬੰਧਨ ਹੈ ਜਨਮ ਮਰਨ ਦਾ। ਇਹ ਕੋਸ਼ਿਸ਼ ਕਰਨਾ ਹੁਣ ਅਗਲੇ ਵੀਰਵਾਰ ਦੋਵੇਂ ਬੋਲੇ ਜਾਣ ਤਾਂ ਕਿ ਸਾਖੀ ਅੱਗੇ ਚੱਲੇ ਭਾਈ ਪੱਲਾ ਜੀ ਦੀ। ਆਓ ਕੋਈ ਵਾਂਝਾ ਨਾ ਰਹੇ, ਆਪਾਂ ਕਿੱਥੇ ਸਾਂ ਭੁੱਲਿਓ ਨਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਲਿਆ ਪੱਲਿਆ ਤੇਰੀਆਂ ਗੰਢਾਂ ਮੈਂ ਖੋਲ ਦਿਆਂ। ਉਹ ਕਿਹੜੀਆਂ ਗੰਢਾਂ ਖੋਲੀਆਂ? ਕਾਇਆ ਦੇ ਬੰਧਨ ਦੀਆਂ, ਸੋਚਾਂ ਦੇ ਬੰਧਨ ਦੀਆਂ, ਹਉਮੈ ਦੇ ਬੰਧਨ ਦੀਆਂ, ਤ੍ਰਿਸ਼ਨਾ ਦੇ ਬੰਧਨ ਦੀਆਂ, ਮਾਇਆ ਦੇ ਬੰਧਨ ਦੀਆਂ। ਕਰਿਓ ਬੇਨਤੀ ਜੀ, ਸਮਾਪਤੀ ਕਰੋ। ਗੰਢਾਂ ਪੱਲੇ ਦੀਆਂ ਖੋਲਣ ਵਾਲਿਆ ਸਾਡੇ ਤੇ ਵੀ ਮੇਰ ਕਰੀ। ਬੋਲੋ ਭੈਣੋ, ਗੰਢਾਂ ਗੰਢਾਂ ਪੱਲੇ ਦੀਆਂ ਖੋਲਣ ਵਾਲਿਆ ਸਾਡੇ ਤੇ ਵੀ ਮੇਰ। ਗੰਢਾਂ ਪੱਲੇ ਦੀਆਂ ਖੋਲਣ ਵਾਲਿਆ ਸਾਡੇ ਤੇ ਵੀ ਮੇਰ। ਆਓ ਜੀ, ਜਿਹੜੇ ਸ਼ਬਦ ਤੋਂ ਸ਼ੁਰੂ ਹੋਏ ਸਨ, ਰਾਮ ਜਪੋ ਜੀ ਐਸੇ ਐਸੇ